ਅਮਰੀਕਾ ਦੀ ਇਨਵੈਸਟਮੈਂਟ ਰਿਸਰਚ ਫਰਮ ਨੇ ਭਾਰਤ ਦੇ ਸਭ ਤੋਂ ਅਮੀਰ ਅਤੇ ਦੁਨੀਆ ਦੇ ਤੀਸਰੇ ਸਭ ਤੋਂ ਅਮੀਰ ਆਦਮੀ ਜਾਣਕੇ ਗੌਤਮ ਅਡਾਨੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕੰਪਨੀ ਨੇ ਆਪਣੀ ਰਿਪੋਰਟ ਵਿੱਚ ਅਡਾਨੀ ਗਰੁੱਪ ਉੱਤੇ ਬਹੁਤ ਸਾਰੇ ਆਰੋਪ ਲਗਾਏ ਹਨ। ਹਿੰਡਨਬਰਗ ਨਾਮ ਦੀ ਇਸ ਕੰਪਨੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਗਲੇ ਤੱਕ ਕਰਜ਼ੇ ਵਿੱਚ ਡੁੱਬੀਆਂ ਪਈਆਂ ਹਨ ਅਤੇ ਉਹ ਆਪਣੇ ਇਨਵੈਸਟਰਸ ਨੂੰ ਗਲਤ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇ ਕੇ ਸਟਾਕ ਮੈਨੀਪੂਲੇਸ਼ਨ ਕਰ ਰਹੇ ਹਨ, ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਾਲੂ ਹੈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਦੋਸਤੋ, ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਕੰਪਨੀ ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਅਡਾਨੀ ਗਰੁੱਪ ਨੂੰ ਧੋਬੀ ਪਟਕਾ ਮਾਰਨ ਵਾਲੀ ਇਸ ਕੰਪਨੀ ਦਾ ਕੀ ਇਤਿਹਾਸ ਹੈ, ਕਿਉਂ ਇਸ ਕੰਪਨੀ ਦੀ ਰਿਪੋਰਟ ਨੂੰ ਇੰਨੀ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਅਤੇ ਅਸਲ ਵਿੱਚ ਅਡਾਨੀ ਨਾਲ ਟੱਕਰ ਲੈਣ ਵਾਲਾ ਇਸ ਕੰਪਨੀ ਦਾ ਅਸਲੀ ਪਲੇਅਰ ਕੌਣ ਹੈ। ਅਮਰੀਕਨ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਭੁਚਾਲ ਲੈ ਆਂਦਾ ਹੈ। ਬੁੱਧਵਾਰ ਨੂੰ 8% ਤੱਕ ਸ਼ੇਅਰ ਪ੍ਰਾਈਸ ਡਿੱਗਣ ਮਗਰੋਂ ਅਡਾਨੀ ਦੀਆਂ ਵੱਖ-ਵੱਖ ਕੰਪਨੀਆਂ ਵਿੱਚ ਸ਼ੇਅਰਾਂ ਦੇ ਰੇਟ ਡਿੱਗ ਰਹੇ ਹਨ ਅਤੇ ਇੱਕ ਐਸਟੀਮੇਟ ਅਨੁਸਾਰ ਇਹ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਨੂੰ ਲਗਭਗ 48,000 ਕਰੋੜ ਦਾ ਨੁਕਸਾਨ ਹੋਇਆ ਹੈ। ਸਾਡੇ ਬਹੁਤ ਸਾਰੇ ਲੋਕ ਇੱਥੇ ਇਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਸਾਡੇ ਪੋਲੀਟੀਕਲ ਲੀਡਰਾਂ ਦੇ ਚਹੇਤੇ ਨੂੰ ਐਡਾ ਵੱਡਾ ਝਟਕਾ ਦੇਣ ਵਾਲੀ ਹਿੰਡਨਬਰਗ ਕੰਪਨੀ ਆਖਿਰ ਕੀ ਕੰਮ ਕਰਦੀ ਹੈ। ਦੋਸਤੋ, ਹਿੰਡਨਬਰਗ ਕੰਪਨੀ ਦਾਅਵਾ ਕਰਦੀ ਹੈ ਕਿ ਉਹ ਫਾਈਨੈਂਸ਼ੀਅਲ ਫੋਰੈਂਸਿਕ ਰਿਸਰਚ ਵਿੱਚ ਐਕਸਪਰਟਸ ਹਨ। ਇਹਨਾਂ ਦੀ ਵੈਬਸਾਈਟ ਅਨੁਸਾਰ ਇਹ ਵੱਖ-ਵੱਖ ਕੰਪਨੀਆਂ ਦੇ ਸ਼ੇਅਰ, ਡੈਰੀਵੇਟਿਵਸ, ਇਕੁਇਟੀ ਅਤੇ ਕ੍ਰੈਡਿਟ ਦਾ ਵਿਸ਼ਲੇਸ਼ਣ ਕਰਦੇ ਹਨ। ਹਿੰਡਨਬਰਗ ਦਾ ਕਹਿਣਾ ਹੈ ਕਿ ਉਹ ਵਰਲਡ ਦੇ ਕਿਸੇ ਵੀ ਵੱਡੀ ਕੰਪਨੀ ਵਿੱਚ ਕਥਿਤ ਤੌਰ ਤੇ ਚੱਲ ਰਹੀਆਂ ਧੋਖਾਧੜੀਆਂ, ਲੈਣ ਦੇਣ ਬਾਰੇ ਗਲਤ ਸੂਚਨਾ ਦੇਣਾ ਅਤੇ ਫਾਈਨੈਂਸ਼ੀਅਲ ਫਰਾਡਸ ਨੂੰ ਐਕਸਪੋਜ਼ ਕਰਕੇ ਲੋਕਾਂ ਸਾਹਮਣੇ ਲੈ ਕੇ ਆਉਂਦੇ ਹਨ। ਇਸ ਕੰਪਨੀ ਦੀ ਪ੍ਰੋਫਾਈਲ ਮੁਤਾਬਿਕ ਇਹ ਕੰਪਨੀ ਆਪ ਖੁਦ ਵੀ ਇੱਕ ਐਕਟਿਵ ਸ਼ਾਰਟ ਸੈਲਰ ਹੈ, ਜੋ ਕਿ ਸਟਾਕ ਮਾਰਕੀਟ ਵਿੱਚ ਸ਼ੇਅਰ ਨੂੰ ਸ਼ਾਰਟ ਸੈਲ ਕਰਕੇ ਪੈਸੇ ਕਮਾਉਂਦੇ ਹਨ। ਇਸ ਕੰਪਨੀ ਦੇ ਫਾਊਂਡਰ ਦਾ ਨਾਮ ਨੇਥਨ ਐਂਡਰਸਨ ਹੈ, ਜਿਸ ਨੇ ਅੱਜਕੱਲ ਅਡਾਨੀ ਅਤੇ ਉਸ ਦੇ ਕੰਪਨੀ ਦੇ ਇਨਵੈਸਟਰਸ ਦੀ ਨੀਂਦ ਉਡਾ ਰੱਖੀ ਹੈ। ਦੋਸਤੋ, ਐਂਡਰਸਨ ਅਮਰੀਕਾ ਦੀ ਮਸ਼ਹੂਰ ਯੂਨੀਵਰਸਿਟੀ ਆਫ ਕਨੈਟੀਕਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਗ੍ਰੈਜੂਏਟ ਹਨ। ਡਾਟਾ ਐਨਾਲਿਸਟ ਕੰਪਨੀ ਫਲੈਕਸੀਡ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਐਂਡਰਸਨ ਇਜ਼ਰਾਈਲ ਵਿੱਚ ਇੱਕ ਐਂਬੂਲੈਂਸ ਦੇ ਡਰਾਈਵਰ ਵੀ ਰਹਿ ਚੁੱਕੇ ਹਨ। ਹਾਲਾਂਕਿ ਇਹ ਰਿਪੋਰਟ ਆਉਣ ਤੋਂ ਬਾਅਦ ਇੱਥੇ ਇੰਡੀਆ ਦੇ ਕਈ ਫਾਈਨੈਂਸ਼ੀਅਲ ਐਕਸਪਰਟਸ ਦਾ ਕਹਿਣਾ ਹੈ ਕਿ ਹਿੰਡਨਬਰਗ ਇੱਕ ਬਹੁਤ ਹੀ ਛੋਟੀ ਜਿਹੀ ਰਿਸਰਚ ਫਰਮ ਹੈ ਅਤੇ ਇਸ ਦੀ ਰਿਪੋਰਟ ਨੂੰ ਕੋਈ ਬਹੁਤੀ ਅਹਿਮੀਅਤ ਦੇਣ ਦੀ ਕੋਈ ਲੋੜ ਨਹੀਂ ਹੈ। ਪਰ ਦੂਜੇ ਪਾਸੇ ਹਿੰਡਨਬਰਗ ਦੀ ਇਸ ਰਿਪੋਰਟ ਨੂੰ ਹਲਕੇ ਵਿੱਚ ਵੀ ਨਹੀਂ ਲਿਆ ਜਾ ਸਕਦਾ। ਸਾਲ 2017 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਇਹ ਕੰਪਨੀ ਲਗਭਗ 2 ਦਰਜਨ ਦੇ ਕਰੀਬ ਕੰਪਨੀਆਂ ਦੇ ਬਾਰੇ ਇਸ ਤਰ੍ਹਾਂ ਦੇ ਵੱਡੇ ਧੋਖੇਧੜੀ ਵਾਲੇ ਖੁਲਾਸੇ ਕਰ ਚੁੱਕੀ ਹੈ। ਪਿਛਲੇ ਸਾਲ ਟਵਿੱਟਰ ਨੂੰ ਲੈ ਕੇ ਇਸ ਕੰਪਨੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਟਵਿੱਟਰ ਦੇ ਸ਼ੇਅਰਾਂ ਵਿੱਚ ਕਾਫੀ ਜ਼ਿਆਦਾ ਗਿਰਾਵਟ ਦੇਖੀ ਗਈ ਸੀ ਅਤੇ ਇਹਨਾਂ ਦੀ ਇਹ ਰਿਪੋਰਟ ਵੀ ਕਾਫੀ ਚਰਚਾ ਵਿੱਚ ਰਹੀ ਸੀ। ਇਸ ਤੋਂ ਪਹਿਲਾਂ ਸਨ 2020 ਵਿੱਚ ਅਮਰੀਕਾ ਦੀ ਇੱਕ ਇਲੈਕਟ੍ਰਿਕ ਟਰੱਕ ਮੈਨੂਫੈਕਚਰਿੰਗ ਕੰਪਨੀ ਨਿਕੋਲਾ ਬਾਰੇ ਵੀ ਇਸ ਕੰਪਨੀ ਨੇ ਵੱਡੇ ਖੁਲਾਸੇ ਕੀਤੇ ਸਨ। ਇਹਨਾਂ ਨੇ ਨਿਕੋਲਾ ਬਾਰੇ ਆਪਣੀ ਇੱਕ ਰਿਪੋਰਟ ਜਾਰੀ ਕਰਕੇ ਦੱਸਿਆ ਸੀ ਕਿ ਇਸ ਕੰਪਨੀ ਕੋਲ ਅਸਲ ਵਿੱਚ ਕੋਈ ਵੀ ਗੱਡੀਆਂ ਨਹੀਂ ਹਨ ਅਤੇ ਉਹ ਆਪਣੇ ਇਨਵੈਸਟਰਸ ਨੂੰ ਸਿਰਫ ਝੂਠੇ ਸੁਪਨੇ ਦਿਖਾ ਕੇ ਪੈਸੇ ਇਕੱਠੇ ਕਰ ਰਹੇ ਹਨ, ਜੋ ਕਿ ਕਾਫੀ ਹੱਦ ਤੱਕ ਸਹੀ ਵੀ ਸੀ। ਅਤੇ ਹੁਣ ਇਸ ਤਰ੍ਹਾਂ ਦਾ ਹੀ ਖੁਲਾਸਾ ਇਹਨਾਂ ਨੇ ਅਡਾਨੀ ਦੀਆਂ ਕੰਪਨੀਆਂ ਬਾਰੇ ਵੀ ਕੀਤਾ ਹੈ। ਸਨ 2017 ਤੋਂ ਬਾਅਦ ਹੁਣ ਤੱਕ ਹਿੰਡਨਬਰਗ ਨੇ ਇਦਾਂ ਦੇ ਕਈ ਖੁਲਾਸੇ ਕੀਤੇ ਹਨ, ਜਿਸ ਨਾਲ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਲਿਸਟ ਵਿੱਚ ਵਿਲਸ ਫਾਈਨੈਂਸ, ਚਾਈਨਾ ਮੈਟਲ ਰਿਸੋਰਸ, HF ਫੂਡ ਅਤੇ ਐਡ ਬਲੌਕਚੇਨ ਜਿਹੀਆਂ ਵੱਡੀਆਂ ਕੰਪਨੀਆਂ ਵੀ ਸ਼ਾਮਲ ਹਨ। ਹਿੰਡਨਬਰਗ ਦੀ ਵੈਬਸਾਈਟ ਅਨੁਸਾਰ ਉਹ ਸਟਾਕ ਮਾਰਕੀਟ ਵਿੱਚ ਲਿਸਟ ਹਰ ਵੱਡੀ ਕੰਪਨੀ ਦੇ ਚਿੱਟੇ ਅਤੇ ਕਾਲੇ ਕੰਮਾਂ ਦਾ ਲੇਖਾ ਜੋਖਾ ਰੱਖਦੇ ਹਨ ਅਤੇ ਫਿਰ ਸਾਰੀ ਜਾਣਕਾਰੀ ਦੀ ਪੂਰੀ ਤਰ੍ਹਾਂ ਪੜਤਾਲ ਕਰਕੇ ਉਹ ਰਿਪੋਰਟ ਜਾਰੀ ਕਰਦੇ ਹਨ। ਅਡਾਨੀ ਬਾਰੇ ਇਸ ਕੰਪਨੀ ਦਾ ਕਹਿਣਾ ਹੈ ਕਿ ਅਸਲ ਵਿੱਚ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਉੱਤੇ ਕਾਫੀ ਜ਼ਿਆਦਾ ਕਰਜ਼ ਹੈ ਅਤੇ ਉਹਨਾਂ ਦੀ ਮਾਰਕੀਟ ਵਿੱਚ ਇਵੈਲੂਏਸ਼ਨ ਇੱਕ ਪੂਰਾ ਝੂਠ ਹੈ। ਅਡਾਨੀ ਗਰੁੱਪ ਨੇ ਇਹਨਾਂ ਸਭ ਕੰਪਨੀਆਂ ਦੀ ਝੂਠੀ ਇਵੈਲੂਏਸ਼ਨ ਕਰਵਾ ਕੇ ਇਹਨਾਂ ਦੇ ਸ਼ੇਅਰਸ ਨੂੰ ਬੈਂਕਾਂ ਕੋਲ ਗਹਿਣੇ ਰੱਖ ਕੇ ਕਰਜ਼ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਡਾਨੀ ਦੀਆਂ ਕੰਪਨੀਆਂ ਕੋਲ ਅਸਲ ਵਿੱਚ ਕੈਸ਼ ਫਲੋ ਬਹੁਤ ਹੀ ਜ਼ਿਆਦਾ ਘੱਟ ਹੈ, ਜਿਸ ਕਰਕੇ ਫਾਈਨੈਂਸ਼ੀਅਲ ਫੰਡਾਮੈਂਟਲ ਐਨਾਲਿਸਿਸ ਦੇ ਹਿਸਾਬ ਨਾਲ ਇਹਨਾਂ ਸਭ ਕੰਪਨੀਆਂ ਵਿੱਚ 85% ਤੋਂ ਵੱਧ ਤੱਕ ਦੀ ਗਿਰਾਵਟ ਆ ਸਕਦੀ ਹੈ। ਹਿੰਡਨਬਰਗ ਦੀ ਰਿਪੋਰਟ ਅਨੁਸਾਰ ਅਡਾਨੀ ਦੀਆਂ ਕੰਪਨੀਆਂ ਖਿਲਾਫ 4 ਵੱਡੀਆਂ ਇਨਵੈਸਟੀਗੇਸ਼ਨਸ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਨੀ ਲਾਂਡਰਿੰਗ, ਕਰਪਸ਼ਨ ਅਤੇ ਟੈਕਸ ਚੋਰੀ ਦੇ ਆਰੋਪ ਸ਼ਾਮਿਲ ਹਨ। ਇਸ ਤੋਂ ਬਿਨਾਂ ਅਡਾਨੀ ਪਰਿਵਾਰ ਦੇ ਮੈਂਬਰਾਂ ਉੱਤੇ ਪਨਾਮਾ, ਦੁਬਈ ਅਤੇ ਅਫਰੀਕਨ ਕੰਟਰੀਜ਼ ਵਿੱਚ ਫਰਜ਼ੀ ਕੰਪਨੀਆਂ ਖੋਲ੍ਹ ਕੇ ਟੈਕਸ ਚੋਰੀ ਕਰਨ ਦੇ ਆਰੋਪ ਵੀ ਲੱਗੇ ਹਨ। ਹਾਲਾਂਕਿ ਅਡਾਨੀ ਪਰਿਵਾਰ ਦਾ ਇੱਥੇ ਕਹਿਣਾ ਹੈ ਕਿ ਇਹ ਸਾਰੀਆਂ ਰਿਪੋਰਟਸ ਝੂਠੀਆਂ ਹਨ, ਪਰ ਦੋਸਤੋ, ਜ਼ਮੀਨੀ ਸੱਚਾਈ ਇਹੀ ਹੈ ਕਿ ਇਹਨਾਂ ਰਿਪੋਰਟਸ ਨੇ ਅਡਾਨੀ ਨੂੰ ਵਰਲਡ ਦੇ ਤੀਸਰੇ ਸਭ ਤੋਂ ਅਮੀਰ ਆਦਮੀ ਦੀ ਕੁਰਸੀ ਤੋਂ ਚੱਕ ਕੇ ਕਿਤੇ ਪਿਛਾਂਹ ਸੁੱਟ ਦਿੱਤਾ ਹੈ। ਬਾਕੀ ਇਸ ਸਭ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਕਿਸਾਨੀ ਅੰਦੋਲਨ ਤੋਂ ਬਾਅਦ ਇਸ ਨਾਲ ਅਡਾਨੀ ਗਰੁੱਪ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਤੁਹਾਡੀ ਇਸ ਸਭ ਬਾਰੇ ਕੀ ਰਾਏ ਹੈ, ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਥੈਂਕ ਯੂ।